ਉਹ ਸ਼ੈਲੀ ਗੁਰੂ ਲੋਕ ਸਾਡੇ 500 550 ਵਰੇ ਤੋਂ ਪ੍ਰਗਟ ਹੋਏ। ਇਹ ਦਾਰਸ਼ਨਿਕ ਤत्व ਗਿਆਨ ਦੀ ਪਰੰਪਰਾ ਪਹਿਲਾਂ ਸੇ ਚੱਲੀ ਆ ਰਹੀ ਹੈ। वो तत्व ज्ञान है, ਇਹਨੂੰ ਆਤਮ ਤੱਤ ਕਹਿ ਕੇ ਬੋਲਿਆ। ਜਿਹੜਿਆਂ ਸੰਤਾਂ ਨੇ ਇਹ ਬੋਲਿਆ ਕੀ ਕਿਹਾ ਕਿ ਜਿਨ ਆਤਮ ਤੱਤ ਨ ਚੀਨਿਆ ਸਭ ਫੋਕਟ ਧਰਮ ਅਭਿੰਨਿਆ। ਜਿਨ੍ਹਾਂ ਨੇ ਆਤਮ ਤੱਤ ਨੂੰ ਨਹੀਂ ਜਾਣਿਆ ਉਹਨਾਂ ਦੇ ਸਾਰੇ ਧਰਮ ਸਭ ਫੋਕਾ ਫਾਕੜੀ ਰਹਿ ਗਏ, ਚਾਹੇ ਕਿਸੇ ਦਾ ਵੀ ਸੀ। ਜਿਨ ਆਤਮ ਤਤ ਨ ਚੀਨਿਆ ਸਭ ਫੋਕਟ ਧਰਮ ਪੀਨਿਆ। ਕਹੋ ਬੇਣੀ ਨਿਹਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਰਾਹ ਸਤਿਗੁਰੂ ਤੋਂ ਬਗੈਰ ਨਹੀਂ ਮਿਲ ਸਕਦਾ। ਆਪਣੇ ਆਪ ਕੋਈ ਲੱਖਾਂ ਕਰੀ ਜਾਵੇ। ਸਭ ਤੋਂ ਉਦਾਰ ਹਿਰਦਾ, ਜੇ ਸਭ ਤੋਂ ਪਵਿੱਤਰ ਹਿਰਦਾ ਸੀ ਤਾਂ ਗੁਰੂਆਂ ਦਾ ਨਾਨਕ ਜੀ ਤੋਂ ਲੈ ਕੇ ਸੀ। ਕਿਉਂ? ਇਹਨਾਂ ਸਾਰਿਆਂ ਨੂੰ ਸੱਦਾ ਦਿੱਤਾ, ਆਓ। ਤਾਂ ਇਹ ਇੱਕ ਸਾਰਾ ਸੇਰਾ ਸਿੱਖ ਜਿਹਨੂੰ ਆਪਣਾ ਗੁਰੂ ਮੰਨੀ ਬੈਠੇ ਹੈ, ਇਹਨਾਂ ਗੁਰੂਆਂ ਦੇ ਸਿਰ ਤੇ ਜਾਂਦਾ ਹੈ ਕਿ ਜਿਨ੍ਹਾਂ ਨੇ ਜਾਤ ਵਰਣ ਕੁਲ ਗੋਤ ਫਿਰਕਾ ਪ੍ਰਸਤੀ ਪੰਥ ਮਜ਼ਹਬ ਸਾਰਿਆਂ ਨੂੰ ਤੋੜਿਆ ਕਿ ਸਾਰੇ ਇੱਕ ਰੂਪ ਹੈ। ਕਿਸੇ ਤੇ ਘਿਰਣਾ ਨਹੀਂ ਕੀਤੀ, ਸਾਰਿਆਂ ਨੂੰ ਬਰਾਬਰ ਆਖਿਆ, ਆਓ ਪਰਮਾਰਥ ਦੀ ਖੋਜ ਕਰੋ, ਜਨਤਾ ਨੂੰ ਪਰਮਾਰਥ ਬਾਰੇ ਦੱਸੋ। ਤਾਂ ਇੱਥੋਂ ਅਸੀਂ ਲੈਣਾ ਹੈ ਵੀ ਗੁਰੂਆਂ ਦੀ ਐਡੀ ਉਦਾਰਤਾ ਕਿ ਸਭ ਨੂੰ ਹੀ ਸੱਦਾ ਦੇਤਾ, ਸਾਰਿਆਂ ਨੂੰ ਆਪਣਾ ਰੂਪ ਸਮਝਿਆ। ਜਿੰਨੇ ਦੁਨੀਆ ਦੇ ਉੱਤੇ ਵਰਣ ਗੋਤ ਕੁਲ ਜਾਤੀਆਂ ਹੁੰਦੀਆਂ, ਇਹ ਗੁਰੂਆਂ ਨੇ ਸਮਝਿਆ ਕਿ ਸਾਰੀਆਂ ਹੀ ਜਾਤੀ ਕੁਲਾਂ ਮੇਰੀਆਂ ਹੀ ਆ, ਤੇ ਆਪਣੇ ਕਰਕੇ ਤਾਂ ਸਾਰਿਆਂ ਨੂੰ ਸੱਦਿਆ। ਤੇ ਸਿੱਖ ਇਕੱਲੇ ਆਦੇ ਅਸੀਂ ਵੱਖਰੇ ਆ। ਯਾਰ ਗੁਰੂਆਂ ਦਾ ਤਾਂ ਕੋਈ ਪ੍ਰਮਾਣ ਨਹੀਂ ਵੱਖਰੇ ਦਾ। ਵੱਖਰੇ ਹੁੰਦੇ ਤਾਂ ਥੋੜੀ ਬੇਦੀ ਸੀ, ਇਹ ਇਕੱਲੇ ਰਹਿ ਜਾਂਦੇ। ਇਹ ਸੋਚੋ, ਗੁਰੂਆਂ ਦਾ ਬਹੁਤ ਉੱਚਾ ਮਹੱਤ ਹੈ। ਉਹਨਾਂ ਨੇ ਜਾਤ ਪਾਤ ਕੁਲ ਗੋਤ ਦਾ ਚੂਰਨ ਬਣਾ ਕੇ, ਰਾਖ ਬਣਾ ਕੇ ਉਡਾਤਾ। ਤੇ ਅੱਜ ਅੰਮ੍ਰਿਤ ਛਕਦੇ ਤਾਂ ਹੁਣ ਤੁਸੀਂ ਕਹੋਗੇ ਵੀ ਅੰਮ੍ਰਿਤ ਦੀ ਗੱਲ, ਅੰਮ੍ਰਿਤ ਤੁਸੀਂ ਤਾਂ ਨਹੀਂ ਛਕਿਆ, ਪਰ ਅਸੀਂ ਛਕਾਇਆ ਵੀ ਹੈ। ਜਦੋਂ ਅੰਮ੍ਰਿਤ ਛਕਾਉਂਦੇ ਤੇ ਲੋਕ ਮਾਈ ਭਾਈ ਇਕੱਠੇ ਹੁੰਦੇ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਹਦਾਇਤ ਅਸੀਂ ਪਹਿਲਾਂ ਕਰਦੇ, ਔਰ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਵੀ ਕਰਦੇ ਵੀ ਅੱਜ ਤੋਂ ਤੁਹਾਡੀ ਕੁਲ ਜਾਤੀ ਗੋਤ ਵਰਨ ਸਭ ਨਸ਼ਟ ਹੋ ਗਏ। ਇਹ ਗੁਰੂ ਗੋਬਿੰਦ ਸਿੰਘ ਦੀ ਵੀ ਹਦਾਇਤ ਸੀ। ਅੱਜ ਤੋਂ ਤੁਹਾਡੀ ਇੱਕ ਜਾਤ ਖਾਲਸਾ ਹੋ ਗਈ। ਖਾਲਸਾ ਕੋਈ ਨਾਂ ਜਾਤ ਦਾ ਨਹੀਂ, ਵੀ ਤੁਸੀਂ ਸਾਰੀਆਂ ਇਹਨਾਂ ਮਲ ਵਿਖੇਪ ਤੋਂ, ਇਹਨਾਂ ਤੋਂ ਸੁੱਧ ਹੋ ਚੁੱਕੇ ਆ। ਤੇ ਅਸੀਂ ਉਹ ਲੋਕ ਵੀ ਵੇਖੇ, ਇਧਰਲੇ ਪਾਸੇ ਗਾਤਰਾ ਪਾਇਆ ਤੇ ਇਧਰਲੇ ਪਾਸੇ ਨਾਲ ਸਿੱਧੂ ਸਾਹਿਬ ਹੈ, ਇਧਰਲੇ ਪਾਸੇ ਚੇਨ ਲਮਕਦੇ ਆ
ਤੇ ਇਧਰਲੇ ਪਾਸੇ ਨਾਲ ਬਰਾੜ ਸਾਹਿਬ ਹੈ। ਇਧਰਲੇ ਪਾਸੇ ਕੁਝ ਹੋਰ ਚਿੰਨ ਵਰਨ ਕਸ਼ਹਿਰੇ ਦੇ ਗੋਡਿਆਂ ਤੋਂ ਥੱਲੇ ਹੈ ਤੇ ਇਧਰਲੇ ਪਾਸੇ ਨਾਲ ਕੋਈ ਜਾਤੀ ਲਮਕਦੀ ਹੈ। ਓਏ ਭਲਿਓ, ਕਿੱਡਾ ਗੁਰੂਆਂ ਦਾ ਅਪਮਾਨ ਕਰ ਰਹੇ ਆ ਤੁਸੀਂ। ਉਹਨਾਂ ਨੇ ਆਖਿਆ ਵੀ ਅੱਜ ਤੋਂ ਤੁਹਾਡੇ ਕੋਲ ਜਾਤੀ ਗੁਲ ਖਤਮ ਹੋ ਗਿਆ ਤੇ ਤੁਸੀਂ ਇਹਦਾ ਬੀਜ ਨਾਸ ਨਹੀਂ ਹੋਣ ਦਿੰਦੇ, ਫੇਰ ਵੀ ਨਾਲ ਰੱਖੀ ਫਿਰਦੇ ਆ। ਕਿਸ ਗੁਰੂ ਨੂੰ ਮੰਨਦੇ ਆ ਤੁਸੀਂ? ਮੰਨਦੇ ਨਹੀਂਗੇ, ਕਹਿੰਦੇ ਆ ਆਪਣੇ ਲਾਭ ਲਈ, ਆਪਣੇ ਲਾਭ ਲਈ ਪਾਏ ਆ। ਪਹਿਲਾਂ ਪਰੰਪਰਾ ਸੀ, ਇੱਕ ਪੰਥ ਫਿਰਕੇ ਸੀ, ਬੰਦੇ ਨੂੰ ਖੰਡੇ ਦਾ ਅੰਮ੍ਰਿਤ ਛਕਾਉਂਦੇ ਸੀ ਤੇ ਬੁੜੀ ਨੂੰ ਕਿਰਪਾਨ ਦਾ ਛਕਾਉਂਦੇ ਸੀ। ਇਹ ਕਿਹਨੇ ਰੀਤਾਂ ਤੋਰੀਆਂ? ਜਿਹੜੇ ਚੌਥੇ ਪੌੜੇ ਵਾਲੇ ਵੱਜਦੇ ਆ ਗਰੀਬ ਬਰਾਦਰੀ, ਇਹਨਾਂ ਨੂੰ ਅੱਡ ਅੰਮ੍ਰਿਤ ਛਕਾਉਂਦੇ ਸੀ ਤੇ ਦੂਜਿਆਂ ਨੂੰ ਅੱਡ ਛਕਾਉਂਦੇ ਸੀ। ਸਭ ਤੋਂ ਪਹਿਲਾਂ ਗੁਰੂ ਦੀ ਮਹਿਮਾ। ਗੁਰੂ ਨੇ ਜਾਤ ਪਾਤ ਤੋੜਨ ਦਿਆਂ ਮਾਰਿਆਂ ਨੇ 5 ਸ਼੍ਰੇਣੀਆਂ ਚੋਂ ਲਏ ਬੰਦੇ, ਵੀ ਤੁਹਾਡੀ ਪੰਜਾਂ ਦੀ ਜਿਹੜੀ ਜਾਤੀ ਸ਼੍ਰੇਣੀ ਸੀ ਖਤਮ। ਗੁਰੂ ਵਰਗਾ ਕੋਈ ਉਦਾਰ ਦ੍ਰਿਸ਼ਟੀ ਵਾਲਾ ਹੋਣਾ ਚਾਹੀਏ। ਤੇ ਬੈਠੇ ਉੱਥੇ ਹੀ ਐ, ਚੈਨ ਵਰਨ ਤਰ੍ਹਾਂ ਤਰ੍ਹਾਂ ਦੇ ਲਮਕਾਈ ਜਾਂਦੇ ਐ। ਇਹ ਚੈਨ ਵਰਨ ਵੀ ਉਦੋਂ ਕੰਮ ਆਉਂਦੇ ਐ ਜਦੋਂ ਆਪਣੀ ਅੰਦਰਲੀ ਮਾਨਸਿਕਤਾ ਬਦਲੀ ਜਾਵੇ। ਮਾਨਸਿਕਤਾ ਅਸੀਂ ਅੰਮ੍ਰਿਤ ਛਕਾਉਂਦੇ ਵੀ ਜਿਹੜਿਆਂ 4-5 ਬੰਦਿਆਂ ਨੂੰ ਨਿਆਰਿਆਂ ਪਿੰਡਾਂ ਦਿਆਂ ਨੂੰ ਅੰਮ੍ਰਿਤ ਛਕਾਇਆ, ਇਹ ਜਦੋਂ ਚੁਲੀ ਪਾਣੀ ਦੀ ਅੰਮ੍ਰਿਤ ਦੀ ਪੀਂਦਾ ਹੈ, ਉਹ ਅੰਮ੍ਰਿਤ ਵਾਲਾ ਜਲ ਹੈ ਜਿਹੜਾ ਉਹ ਉਂਗਲਾਂ ਵਿੱਚ ਦੀ ਵਗਦਾ ਹੈ ਤੇ ਥੱਲੇ ਬਾਟਾ ਰੱਖਿਆ ਹੁੰਦਾ ਹੈ। ਅੱਧਾ ਮੂੰਹ 'ਚ ਜਾਂਦਾ ਤੇ ਅੱਧਾ ਹੱਥ 'ਚ ਰਹਿ ਜਾਂਦਾ, ਉਹ ਉਂਗਲਾਂ ਵਿੱਚ ਦੀ ਬਾਟੇ 'ਚ ਵਗੀ ਜਾਂਦਾ ਤੇ ਸਾਰਿਆਂ ਮੁਖ ਦੇ ਮੁਖ ਦਾ ਛੂਹਿਆ ਪੀਤਾ ਹੋਇਆ ਉਹ ਅੰਮ੍ਰਿਤ ਇੱਕ ਬਾਟੇ 'ਚ ਇਕੱਠਾ ਹੋਈ ਜਾਂਦਾ। ਉਹ ਵੀ ਦੱਸਦਾ ਹੈ ਕਿ ਜਿਵੇਂ ਸਾਰਿਆਂ ਮੂੰਹਾਂ ਦੇ ਵਿੱਚੋਂ ਇਹ ਅੰਮ੍ਰਿਤ ਮੂੰਹ ਨੂੰ ਸਪਰਸ਼ ਕਰਕੇ ਤੇ ਥੱਲੇ ਇੱਕੇ ਬਾਟੇ 'ਚ ਇੱਕ ਹੋਈ ਜਾਂਦਾ। ਇਸੇ ਤਰ੍ਹਾਂ ਤੁਸੀਂ ਨਾਨਾ ਪ੍ਰਕਾਰ ਦੇ ਫਿਰਕਿਆਂ 'ਚ ਪੈਦਾ ਹੋ ਕਰਕੇ ਤੇ ਇੱਕੇ ਗੁਰੂ ਦੇ ਪਾਤਰ ਦੇ ਹਿਰਦੇ ਦੇ ਵਿੱਚ ਇੱਕ ਹੋਈ ਜਾਂਦੇ ਆ। ਤੁਹਾਡੇ 'ਚ ਕੋਈ ਵੱਖਰਾਪੁਣਾ ਨਹੀਂ ਰਹਿ ਗਿਆ, ਜਿਵੇਂ ਇਸ ਅੰਮ੍ਰਿਤ ਦੇ ਵਿੱਚ ਵੱਖਰਾਪੁਣਾ ਨਹੀਂ ਰਹਿ ਗਿਆ, ਇੱਕੇ ਬਾਟੇ 'ਚ ਇੱਕ ਹੋ ਗਿਆ। ਇਹ ਤਾਂ ਲੰਬੀ ਚੌੜੀ ਹੈ ਗਾਥਾ। ਆਪਾਂ ਕਿਹੜਾ ਅੰਮ੍ਰਿਤ ਛਕਾਉਨੇ ਆ? ਕਈ ਵਿੱਚ ਆਖਣਗੇ ਅਸੀਂ ਕੋਈ ਅੰਮ੍ਰਿਤ ਛਕਦੇ ਆ। ਤਾਂ ਫਿਰ ਵੀ ਦੱਸ ਰਿਹਾ, ਉਪਰੰਤ 'ਚ ਉਹਨਾਂ ਨੂੰ ਜਿਸ ਬਾਟੇ ਸੀ ਏਡੇ ਏਡੇ ਉਹਦੇ 'ਚ 5 7 ਜਣਿਆਂ ਨੂੰ ਬਹਿ ਕੇ ਇੰਨਾ ਕੜਾਹ ਪ੍ਰਸ਼ਾਦ ਪਾ ਕੇ ਵੀ ਬਹਿ ਕੇ ਰਲ ਕੇ ਫੇਰ ਛਕੋ। ਉਹ ਕਿੱਡਾ ਗੁਰੂ ਜੀ ਨੇ ਇਹ ਜਾਤ ਪਾਤ ਦੀ ਕੋੜ ਨੂੰ ਦੂਰ ਕਰਨ ਵਾਸਤੇ ਕਿੱਡਾ ਪ੍ਰਯਾਸ ਕੀਤਾ, ਕਿੱਡੀ ਹਿੰਮਤ ਕੀਤੀ ਤੇ ਕਿਸੇ ਢੰਗ ਨਾਲ ਇਹ ਕੋੜ ਨਸ਼ਟ ਹੋਵੇ। ਤੇ ਉਹੋ ਹੀ ਲੋਕ ਫਿਰ ਜਦੋਂ ਬਾਅਦ ਦੇ ਵਿੱਚ ਬਹਿ ਜਾਂਦੇ ਤਾਂ ਇੱਕ ਦੂਜੇ ਤੋਂ ਮਾਈ ਭਾਈ ਪੁੱਛਦੇ, ਤੁਸੀਂ ਭੈਣ ਕਿੱਥੋਂ ਆਏ ਆ? ਅਸੀਂ ਜੀ ਅਮਕੇ ਪਿੰਡ ਤੋਂ ਆ। ਤੁਸੀਂ ਬਾਈ ਜੀ ਕਿੱਥੋਂ ਆਏ? ਅਸੀਂ ਫਲਾਣੇ ਪਿੰਡ ਤੋਂ। ਅੱਛਾ, ਕੌਣ ਹੁੰਨੇ ਬਾਈ? ਓਏ ਤੁਹਾਡਾ ਭਲਾ ਹੋ ਜੇ, ਹੁਣੇ ਤਾਂ ਤੁਹਾਨੂੰ ਦੱਸ ਕੇ ਹਟੇ, ਅਜੇ ਤੁਹਾਡੇ ਹਿਰਦੇ 'ਚ ਕੌਣ ਹੁੰਨੇ ਬਾਈ ਟੁੱਟਿਆ ਨਹੀਂ। ਤਾਂ ਇਸ ਲਈ ਹੈ
ਕਿ ਜਿਹੜੇ ਕੌਣ ਹੁੰਨੇ ਭਾਈ ਪੁੱਛਣ ਦੀ ਸਮਰੱਥਾ ਨੂੰ ਨਸ਼ਟ ਨਹੀਂ ਕਰ ਸਕਦੇ, ਉਹਨਾਂ ਛਕਾਉਣ ਵਾਲਿਆਂ ਦੇ ਵਿੱਚ ਆਪਣੇ 'ਚ ਵੀ ਪਾਵਰ ਹੈ ਨਹੀਂਗੀ। ਉਹਨਾਂ ਦੇ ਵਿੱਚ ਵੀ ਜਿਨ ਮੁੱਖ ਹੋਰ, ਮਨ ਹੋਰ, ਮੁੱਖ ਹੋਰ। ਉਹ ਕਹਦੇ ਕੱਚਿਆਂ, ਉਹ ਕੱਚੇ ਪਿਆਰੇ ਆ। ਮੇਰੇ ਇੱਕ ਸੱਜਣ ਨੇ ਮੈਨੂੰ ਦੱਸਿਆ ਅਖੇ ਸਾਨੂੰ ਪਿਆਰਿਆਂ ਤੇ ਯਕੀਨ ਨਾ ਆਵੇ ਤੇ ਅਸੀਂ ਪਿਆਰੇ ਮੰਗਾਏ ਆਨੰਦਪੁਰ ਸਾਹਿਬੋਂ। ਵੀ ਆਨੰਦਪੁਰ ਤੋਂ ਪਿਆਰੇ ਆਉਣੇ ਆ ਤੇ ਉਹਨਾਂ ਨੇ ਕੈਨੇਡਾ ਦੇ ਵਿੱਚ ਅੰਮ੍ਰਿਤ ਛਕਾਉਣਾ ਹੈ। ਲੋਕਾਂ ਨੂੰ ਮਹਿਮਾ ਬਣਾਉਣ ਲਈ ਉੱਥੋਂ ਸੱਦੇ। ਸਦਾਏ ਅੰਮ੍ਰਿਤ ਛਕਾਇਆ ਤੇ ਪਿਆਰਿਆਂ ਨੂੰ ਕਿਸੇ ਨੇ ਇਹ ਜੁਗਤੀ ਦੱਸੀ ਵੀ ਮਸਾਂ ਕੈਨੇਡਾ ਆਏ ਆ, ਹੁਣ ਮੁੜਿਓ ਨਾ ਤੇ ਇੱਥੇ ਪੱਕੇ ਹੋ ਜੋ। ਤੋ ਪਿਆਰੇ ਤਾਂ ਜੇ ਅਮਰੀਕਾ ਨਿਕਲ ਗਏ, ਬਾਰਡਰ ਟਪਾਤੇ ਤੇ ਉਹਨਾਂ ਬੰਦਿਆਂ ਦੇ ਸਾਰੇ ਤਾਂ ਆਪਦੇ ਬੰਦੇ ਗੁਰਦੁਆਰਿਆਂ ਤੇ ਉਹਨਾਂ ਦੇ ਕਬਜ਼ੇ ਐ। ਉਹ ਆਦਾ ਅਸੀਂ ਸਾਰੇ ਕਹਿਤੀ ਵੀ ਪਿਆਰੇ ਭੱਜੇ ਐ ਤੇ ਉਹਨਾਂ ਦਾ ਖਿਆਲ ਰੱਖਿਓ। ਤੇ ਸਾਨੂੰ ਸੂਚਨਾ ਆ ਗਈ ਵੀ ਪਿਆਰੇ ਫਲਾਣੇ ਗੁਰਦੁਆਰੇ ਦੇ ਵਿੱਚ ਬੈਠੇ ਐ ਤੇ ਪਿਆਰਿਆਂ ਨੇ ਦਾੜੀ ਮੁੱਛਾਂ ਮਨਾਤੀਆਂ। ਤੇ ਉਹ ਆਦਾ ਅਸੀਂ ਉੱਥੋਂ ਮੁਸ਼ਕਾਂ ਬੰਨ ਕੇ ਲਿਆਂਦੇ ਤੇ ਉਹਨਾਂ ਦੇ ਅੰਮ੍ਰਿਤ ਛਕਾਏ ਤੋੜਨਗੇ ਜਾਤ ਪਾਤ। ਉਹਨਾਂ ਦੇ ਅੰਮ੍ਰਿਤ ਛਕਾਏ ਤੋੜਨਗੇ। ਆਪਣੀ ਕੋਈ ਦ੍ਰਿੜਤਾ ਥਿਰਤਾ ਹੋਣੀ ਜਾਏ। ਇਹ ਸੰਤ ਕਰਤਾਰ ਸਿੰਘ ਪਿੰਡਰਾਂ ਵਾਲਾ ਸ਼ਬਦ ਲਾਉਂਦਾ ਹੁੰਦਾ ਸੀਗਾ ਕਥਾ ਤੋਂ ਬਾਅਦ। ਕਈ ਵਾਰੀ ਉਹਨਾਂ ਦਾ ਸ਼ਬਦ ਬੋਲਣਾ ਸੱਚਾ ਸੀ। ਕੀ ਹੈ ਅਖੇ ਸਿਰ ਜਾਏ ਤੋ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਸਿੱਖੀ ਸਿਦਕ ਮਾਨਾ ਕਿ ਇਹ ਸਿਦਕ ਪੱਕ ਬਣਾ ਲਓ ਕਿ ਅੱਜ ਤੋਂ ਮੇਰੇ ਹਿਰਦੇ ਚੋਂ ਜਾਤ ਪਾਤ ਕੋਲ ਗੋਤ ਵਰਨ ਆਸ਼ਰਮ ਖਤਮ। ਮੇਰੇ ਹਿਰਦੇ ਚ ਨਹੀਂ ਇਹ ਫੁਰੂਗੇ। ਮੈਂ ਕਿਸੇ ਨੂੰ ਇਹ ਨਹੀਂ ਪੁੱਛੂੰਗਾ ਬਾਈ ਕੌਣ ਹੈ। ਯਾਰ ਤੈਨੂੰ ਆਪਣਾ ਨਹੀਂ ਪਤਾ ਤੇ ਜੇ ਮੈਂ ਦੱਸਦਾ ਤਾਂ ਫੇਰ ਵੀ ਨਹੀਂ ਤੈਨੂੰ ਪਤਾ ਲੱਗਣਾ। ਜਿਹਨੂੰ ਤੂੰ ਕੌਣ ਕਹਿਣਾ ਉਸੇ ਨੂੰ ਮੇਰੇ ਲਈ ਕੌਣ ਪੁੱਛਦਾ। ਤਾਂ ਆਪਣੇ ਆਪ ਨੂੰ ਪਛਾਣੋ, ਗੁਰਬਾਣੀ ਦਾ ਫਾਇਦਾ ਉਠਾਓ। ਮਾਨਵ ਕੀ ਜਾਤ ਨੂੰ ਏਕਤਾ ਮੈਂ ਪਰੋਵੋ। ਅਗਰ ਜੇ ਅਸੀਂ ਇਹ ਨਹੀਂ ਕਰ ਸਕਦੇ ਤਾਂ ਕਮ ਸੋ ਕਮ ਦੁਨੀਆ ਨੂੰ ਵਿਗਾੜੋ ਨਾ। ਇੰਨਾ ਹੀ ਕਹਿ ਦਿਓ ਭਾਈ ਅਸੀਂ ਇੰਨੇ ਪਾਵਰ ਨਹੀਂ ਰੱਖਦੇ ਕਿ ਤੁਹਾਡੇ ਜੀਵਨ ਨੂੰ ਬਦਲ ਦਈਏ। ਸਾਡਾ ਤਾਂ ਆਪਣਾ ਨਹੀਂ ਬਦਲਿਆ ਤੇ ਆਪਣਾ ਨੇ ਜਿਹਦਾ ਬਦਲਿਆ ਅੱਜ ਤੱਕ ਵੇਖੋ। ਇਹ ਵੀ ਗੁਰੂ ਗੋਬਿੰਦ ਸਿੰਘ ਦੀ ਹਦਾਇਤ ਹੈ ਕਿ ਕਿਸੇ ਜਾਤੀ ਕੋਲ ਗੋਤ ਦਾ ਹੋਵੇ, ਜਦੋਂ ਉਸਨੇ ਅੰਮ੍ਰਿਤ ਪਾਨ ਕਰ ਲਿਆ, ਅੰਮ੍ਰਿਤ ਪਾਨ ਮੈਂ ਸਾਡੀ ਮਰਿਆਦਾ 'ਚ ਆ ਗਿਆ, ਤਾਂ ਉਸ ਨਾਲ ਤੁਸੀਂ ਰੋਟੀ ਔਰ ਬੇਟੀ ਦੀ ਸਾਂਝ ਪਾਉਣੀ ਹੈ। ਤਾਂ ਤੁਸੀਂ ਵਿਚਾਰੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਰਵਿਦਾਸ ਸਿੱਖ ਭਾਈ ਰਵਿਦਾਸੀਆ ਭਾਈ ਰਵਿਦਾਸੀਆ ਹੀ ਅਜੇ ਹੈ। ਮਜਵੀ ਸਿੱਖ ਭਾਈ ਮਜਵੀ ਸਿੱਖ ਹੀ ਹੈ। ਬੌਰੀਆ ਸਿੱਖ ਭਾਈ ਬੌਰੀਆ ਸਿੱਖ ਹੀ ਹੈ। ਔਰ ਬਾਜੀਗਰ ਭਾਈ ਬਾਜੀਗਰ ਹੀ ਹੈ ਤੇ ਜੱਟ ਸਿੱਖ ਭਾਈ ਜੱਟ ਸਿੱਖ ਹੀ ਹੈ। ਵੇ ਤੁਹਾਡੇ ਅੰਮ੍ਰਿਤ 'ਚ ਕੁਛ ਬਲ ਹੈ ਕਿ ਪਾਣੀ ਮਿੱਠਾ ਕਰ ਕਰ ਪਿਆਈ ਜਾਂਦੇ? ਕੀ ਗੱਲ ਹੈ? ਅਜੇ ਤੱਕ ਕਿਉਂ ਨਹੀਂ ਅੰਮ੍ਰਿਤ ਨੇ ਕੁਛ ਖੋਇਆ? ਤੁਹਾਡੇ 'ਚ ਕੋਈ ਪਾਵਰ ਆਪਦੇ 'ਚ ਜਾਗੀ ਕਿ ਨਹੀਂ ਜਾਗੀ?
ਗੁਰੂਆਂ ਨੇ ਕਿਹਾ ਸੀ ਓਏ ਜਾਤ ਜਨਮ ਨਾ ਪੁੱਛੀਏ, ਸੱਚ ਕਰ ਲਿਓ ਬਤਾਏ। ਸਾ ਜਾਤ ਸਾ ਪਾਤ ਹੈ, ਜਿਹੇ ਕਰਮ ਕਮਾਏ। ਇਹਦਾ ਕੀ ਪੁੱਛਦੇ? ਇੱਕ ਬਾਤ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ। ਅੱਜ ਵੇਖ ਲਓ, ਗੁਰਦੁਆਰੇ ਹੈ, ਜਿਨ੍ਹਾਂ ਨੇ ਕੋਈ ਉਪਰਾਲਾ ਕੀਤਾ ਤੁਹਾਡੇ ਸਾਡੇ ਭਲੇ ਲਈ ਕੀਤਾ ਸੀ। ਇੱਥੇ ਮਨੁੱਖ ਇਕੱਠੇ ਹੋਣਗੇ, ਇਕੱਠੇ ਹੋ ਕੇ ਮਿੱਤਰਤਾ ਵਧੇਗੀ, ਰਲ ਮਿਲ ਕੇ ਖਾਣ ਪੀਣਗੇ, ਦੁਐਸ਼ ਖਤਮ ਹੋਏਗੀ, ਕੋਈ ਪਰਮਾਰਥ ਸੰਬੰਧੀ ਵਿਚਾਰ ਵਟਾਂਦਰਾ ਕਰਨਗੇ। ਤਾਂ ਉੱਥੇ ਆ ਗਿਆ, ਇੱਥੇ ਨਾ ਤਾਂ ਪਰਮਾਰਥ ਸੰਬੰਧੀ ਵਿਚਾਰ, ਨਾ ਕੋਈ ਪ੍ਰੇਮ ਵੱਧਦਾ। ਤਾਂ ਕੀ ਹੋ ਰਿਹਾ? ਐਰਕੀ ਕਾਂਗਰਸ ਨੂੰ ਬਣਨ ਨਹੀਂ ਦੇਣਾ, ਐਰਕੀ ਧਮਕਾਣਿਆਂ ਨੂੰ ਬਣਨ ਨਹੀਂ ਦੇਣਾ। ਐ ਤੇਰੀ ਫਲਾਨੀ ਪਾਰਟੀ ਅੱਗੇ ਆਓ। ਓ ਯਾਰ ਇਹ ਬਾਹਰ ਕੋਈ ਅੱਗੇ ਆਵੇ ਤੇ ਕੋਈ ਪਿੱਛੇ ਆਵੇ, ਇਹਦੇ ਨਾਲ ਗੁਰਦੁਆਰੇ ਦਾ ਕੋਈ ਸੰਬੰਧ ਨਹੀਂਗਾ। ਗੁਰਦੁਆਰਾ ਸਾਰਿਆਂ ਲਈ ਇੱਕੋ ਜਿਹਾ, ਅੱਗੇ ਆਉਣ ਵਾਲੇ ਲਈ ਵੀ ਹੈ ਤੇ ਪਿੱਛੇ ਜਾਣ ਵਾਲੇ ਲਈ ਵੀ ਹੈ। ਇਸ ਵਾਸਤੇ ਇਹਨਾਂ ਸਥਾਨਾਂ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ। ਇਹ ਕੰਮ ਹੋਣ ਕਰਕੇ ਗੁਰਦੁਆਰਿਆਂ ਦੀ ਮਾਨ ਮਰਿਆਦਾ ਪ੍ਰਤਿਸ਼ਠਾ ਘਟਦੀ ਹੈ। ਦੂਜਾ ਇਹ ਹੈ ਕਿ ਜਿਹੜਾ ਕੋਈ ਗੁਰਦੁਆਰੇ 'ਚ ਆ ਗਿਆ ਵੀ ਤੂੰ ਨਹੀਂ ਜੀ ਵਾਕ ਲੈ ਸਕਦਾ, ਤੂੰ ਨਹੀਂ ਜੀ ਪੱਤਰੇ ਪੜ੍ਹ ਸਕਦਾ, ਤੂੰ ਨਹੀਂ ਜੀ ਪ੍ਰਸ਼ਾਦ ਨੂੰ ਹੱਥ ਲਾ ਸਕਦਾ। ਤਾਂ ਇੱਥੋਂ ਇਹ ਰਹਿ ਗਿਆ ਤੇ ਜਿਹੜਾ ਅੰਮ੍ਰਿਤ ਛਕਿਆ ਇਹਦੇ 'ਚ ਤੇ ਇਹਦੇ 'ਚ ਕੀ ਫਰਕ ਰਿਹਾ? ਤੂੰ ਅੰਮ੍ਰਿਤ ਛਕਿਆ ਤਾਂ ਭਾਵੇਂ ਕੁਛ ਵੀ ਨਹੀਂ ਜਾਣਦਾ, ਤੂੰ ਅਧਿਕਾਰੀ ਹੋ ਗਿਆ ਪਾਠ ਪੜ੍ਹਨ ਦਾ ਵੀ, ਦਾਲ ਪ੍ਰਸ਼ਾਦਾ ਵੰਡਣ ਦਾ ਵੀ, ਔਰ ਗਾਂਹ ਹੋ ਕੇ ਬਹਿਣ ਦਾ ਵੀ। ਤਾਂ ਇੱਥੋਂ ਇਹ ਹੋ ਗਿਆ ਵੀ ਗੁਰੂ ਗੋਬਿੰਦ ਸਿੰਘ ਨੇ ਤਾਂ ਅੰਮ੍ਰਿਤ ਛਕਿਆ ਔਰ ਛਕਾਇਆ, ਸਾਰੇ ਸ਼ਸਤਰ ਧਾਰੀ ਸੀ। ਤੇ ਉਹਦਾ ਜਦੋਂ ਸਭਾ ਦਰਬਾਰ ਲੱਗਦਾ, ਕਥਾ ਕੀਰਤਨ ਹੁੰਦੇ, ਤੇ ਕੀਰਤਨ ਭਲਾ ਕੌਣ ਕਰਦੇ ਸੀ? ਸਿੰਘ ਕਰਦੇ ਸੀ। ਜਿਹੜੇ ਗੁਰੂ ਗੋਬਿੰਦ ਸਿੰਘ ਦੇ ਕੀਰਤਨ ਕਰਦੇ ਸੀ ਉਹ ਦੋਵਾਂ ਭਰਾਵਾਂ ਦਾ ਨਾਂ ਸੱਦੂ ਤੇ ਮੱਦੂ ਸੀ, ਕਿਸੇ ਦਾ ਨਾਂ ਸਿੰਘ ਨਹੀਂ ਸੀ। ਗੁਰੂ ਜੀ ਨੂੰ ਤਾਂ ਕੋਈ ਇਤਰਾਜ਼ ਨਹੀਂ ਆਇਆ ਵੀ ਇਹਦਾ ਅੰਮ੍ਰਿਤ ਨਹੀਂ ਛਕਿਆ। ਤੇ ਇਹ ਜਿਹੜੇ ਛਕੇ ਆ ਇਹਨਾਂ ਨੂੰ ਇਤਰਾਜ਼ ਹੈ, ਤੇਰਾ ਜੀ ਅੰਮ੍ਰਿਤ ਨਹੀਂ ਛਕਿਆ, ਰਿਸਾ ਤੂੰ ਬਾਹਰ ਨਹੀਂ, ਤੂੰ ਥੱਲੇ ਬਹਿ ਜੀ, ਥੜੇ ਤੇ ਨਹੀਂ ਬਹਿ ਸਕਦਾ। ਤੇ ਉੱਥੇ ਕੌਣ ਕੀਰਤਨ ਕਰਦੇ ਸੀ? ਗੁਰੂ ਜੀ ਦੇ ਥੜਿਆਂ ਤੇ। ਤਾਂ ਕਵੀ ਸੰਤੋਖ ਸਿੰਘ ਨੇ ਕਿਹਾ ਉਹ ਸੀ ਸੱਦੂ ਤੇ ਮੱਦੂ। ਹੁਣ ਕਿਸੇ ਸੱਦੂ ਮੱਦੂ ਦਾ ਨਾਂ ਆ ਜੇ ਅੰਦਰ ਹੀ ਨਹੀਂ ਵੜਨ ਦੇਣਗੇ। ਕਿ ਅਕੇ ਸੱਦੂ ਮੱਦੂ ਦੋਨ ਭਰਾਤਾ, ਕੀਰਤਨ ਕਰਨ ਸੁਰਨ ਕੇ ਗਿਆਤਾ। ਸੱਦੂ ਮੱਦੂ ਆਸਾਵਾਰ, ਕੀਰਤਨ ਕਰਦੇ ਰਾਗ ਸੰਭਾਰ। ਤੇ ਪਾਛੇ ਫਿਰ ਆਏ ਸਤਾਬੀ, ਸੱਦੂ ਮੱਦੂ ਦੋਨ ਰਬਾਬੀ। ਇੱਕ ਉਹ ਕਿਸ ਗੁਰੂ ਨੂੰ ਮੰਨਦੇ ਆ? ਆਪਣੀਆਂ ਕਾਢਾਂ ਕੱਢੀ ਜਾਂਦੇ ਆ, ਮਨੁੱਖ ਤੋਂ ਮਨੁੱਖ ਨੂੰ ਨਫ਼ਰਤ ਵੱਲ ਧੱਕ ਰਹੇ ਆ। ਤਾਂ ਇੱਕ ਗੱਲ ਸੱਚੀ ਹੋ ਗਈ, ਆਪਾਂ ਥੋੜੇ ਦਿਨ ਹੋ ਗਏ ਕਿ ਸਤਸੰਗ ਕੀਤਾ ਵੀ ਜਿਹੜੇ ਮਾਈ ਭਾਈ ਆਉਂਦੇ ਆ, ਇਹ ਅੱਗੇ 50 ਫੁੱਟ ਗਾਂਹ ਥਾਂ ਪਿਆ,
ਉਹ ਪਿੱਛੇ ਇੱਕ ਦੂਜੇ 'ਚ ਹੀ ਘੁਸੜੀ ਜਾਂਦੇ। ਕੀ ਗੱਲ ਹੈ? ਉਹਨਾਂ ਨੂੰ ਕਿਸੇ ਨੇ ਸਮਝਾਇਆ ਨਹੀਂ ਵੀ ਗਾਂ ਥਾਂ ਖਾਲੀ ਠੋਡੇ ਵਾਸਤੇ ਹੈ। ਤੋ ਇਥੋਂ ਇਹ ਜੱਜਦੀ ਹੈ ਕਿ ਜਿਹੜੇ ਮਾਈ ਭਾਈ ਆਉਂਦੇ ਆ ਨਾ, ਉਹਨਾਂ ਦੇ ਅੰਮ੍ਰਿਤ ਨਹੀਂ ਛਕੇ ਹੁੰਦੇ ਤੇ ਉਹ ਡਰਦੇ ਐ ਇਹਨਾਂ ਅੰਮ੍ਰਿਤ ਛਕਿਆਂ ਵਾਲਿਆਂ ਤੋਂ ਵੀ ਗਾਂ ਗਏ ਤਾਂ ਉਹ ਝਿੜਕਣਗੇ, ਉਹ ਪਿੱਛੇ ਹੀ ਬਹੀ ਜਾਂਦੇ ਆ। ਇਹ ਰੋ ਰੀਤੀ ਬਣਾਤੀ, ਉਹਨਾਂ ਨੂੰ ਡਰਾਇਆ ਹੋਇਆ ਵੀ ਤੁਸੀਂ ਗਾਂ ਨੇੜੇ ਨਹੀਂ ਆ ਸਕਦੇ। ਜਿੱਥੇ ਕਥਾ ਹੁੰਦੀ ਹੈ, ਜਿੱਥੇ ਕੀਰਤਨ ਹੁੰਦਾ, ਕਿਉਂ ਕਿ ਇਹ ਅਧਿਕਾਰ ਅੰਮ੍ਰਿਤ ਵਾਲਿਆਂ ਦੇ ਆ। ਉਹ ਡਰਦੇ ਵਿਚਾਰੇ ਮਾਈ ਭਾਈ ਪੌੜੀਆਂ ਹੇਠਾਂ ਜਿੱਥੇ ਥਾਂ ਹੁੰਦਾ ਉੱਥੇ ਬਹੀ ਜਾਂਦੇ, ਗਾਂ ਖਾਲੀ ਥਾਂ 'ਚ ਨਹੀਂ ਜਾਂਦੇ। ਦੂਜੇ ਨੂੰ ਆਖਣਗੇ ਤੂੰ ਮਾੜਾ ਜਗ੍ਹਾ ਨੂੰ ਹੋ ਜਾ, ਵਿੱਚੇ ਘੁਸੜੀ ਜਾਂਦੇ। ਇਹ ਲੱਭੀ ਨਹੀਂ ਗੱਲ ਵੀ ਇਹ ਗਾਂ ਕਿਉਂ ਨਹੀਂ ਆਉਂਦੇ। ਇਹ ਇਸ ਲਈ ਨਹੀਂ ਆਉਂਦੇ ਕਿ ਅੰਮ੍ਰਿਤ ਵਾਲੇ ਝਿੜਕਦੇ ਆ। ਅੱਛਾ, ਉਹ ਫਿਰ ਕਿਉਂ ਨਹੀਂ ਗਾਂ ਜਾਂਦੇ ਕਿ ਅੰਮ੍ਰਿਤ ਵਾਲੇ ਜਦੋਂ ਫਿਰ ਅਰਦਾਸ ਹੁੰਦੀ ਹੈ, ਉਹ ਭੋਗ ਲਾਉਂਦੇ ਆ, ਫਿਰ ਪੰਜਾਂ ਪਿਆਰਿਆਂ ਦਾ ਕੱਢਦੇ ਆ। ਜਦੋਂ ਪੰਜਾਂ ਪਿਆਰਿਆਂ ਦਾ ਕੱਢਦੇ ਆ, ਉਹ ਚੰਗੇ ਭਲੇ ਪੜ੍ਹੇ ਲਿਖੇ ਸੂਝਵਾਨ ਮਾਈ ਭਾਈ ਨੂੰ ਛੱਡ ਕੇ ਤੇ ਇੱਕ ਜਿਹੜਾ ਕੁਛ ਵੀ ਨਹੀਂ ਜਾਣਦਾ ਪਹਿਲਾਂ ਉਹਦੇ ਹੱਥ ਤੇ ਧਰਦੇ ਆ ਪ੍ਰਸ਼ਾਦ ਕਿ ਇਹਦਾ ਅੰਮ੍ਰਿਤ ਛਕਿਆ। ਉਹ ਇਹ ਵੀ ਮੰਨਦੇ ਵੀ ਯਾਰ ਸਾਡਾ ਇਹ ਨਰਾਦਰ ਹੁੰਦਾ, ਸਾਨੂੰ ਤਾਂ ਇਹ ਕੁਛ ਵੀ ਨਹੀਂ ਸਮਝਦੇ ਤੇ ਐਸ ਨੂੰ ਚੰਗਾ ਉੱਤਮ ਸਮਝਦੇ ਆ। ਉੱਥੇ ਰਾਗ ਦੁਆਇਸ਼ ਹੁੰਦੀ ਹੈ ਤੇ ਰਾਗ ਦੁਆਇਸ਼ ਕਰਕੇ ਵੀ ਲੋਕ ਪਿੱਛੇ ਹੀ ਬਹਿ ਜਾਂਦੇ ਆ ਵੀ ਯਾਰ ਕਿਉਂ ਨਰਾਦਰ ਕਰਾਵਾਂਗੇ। ਇਸ ਵਾਸਤੇ ਵੀ ਜਿਹੜਾ ਇਹ ਮੋਹ ਹੈ, ਇਹ ਨਾਨਕ ਜੀ ਨੇ ਕਿਹਾ ਇਹ ਸਾਰੇ ਪਰਮਾਤਮਾ ਦਾ ਨਿਵਾਸ ਹੈ ਹਰ ਦੇ 'ਚ, ਤੇ ਇਹ ਭੋਗ ਪਰਮਾਤਮਾ ਨੂੰ ਹੀ ਲੱਗਦਾ ਹੈ। ਤੇ ਚਾਹੇ ਅੰਮ੍ਰਿਤ ਛਕਿਆ ਤੇ ਜੇ ਨਹੀਂ ਛਕਿਆ ਤਾਂ ਪਹਿਲਾਂ ਹੁਣ ਇੱਕ ਗੱਲ ਕਰੋ ਵੀ ਜਦੋਂ ਅਸੀਂ ਭੋਗ ਲਾਉਨੇ ਆ ਕਿ ਭੋਗ ਗੁਰੂ ਗ੍ਰੰਥ ਸਾਹਿਬ ਨੂੰ ਲਾਉਨੇ ਆ ਕਿ ਪਰਮਾਤਮਾ ਨੂੰ ਲਾਉਨੇ ਆ। ਲੋਕਾਂ ਨੂੰ ਨਹੀਂ ਪਤਾ, ਉਹ ਤਾਂ ਹੱਥ ਬੰਨ ਕੇ ਖੜੇ ਆ ਕਿਵੇਂ ਜਿਵੇਂ ਅਸੀਂ ਖੜਿਆ ਤੇ। ਉਹਨਾਂ ਨੂੰ ਨਾ ਲੋਕਾਂ ਨੂੰ ਪਤਾ ਵੀ ਜਿਹੜਾ ਤੁਸੀਂ ਹੁਣ ਭੋਗ ਲਵਾਓਗੇ, ਕੜਾਹ ਪ੍ਰਸ਼ਾਦ ਬਣਾਇਆ ਹੈ, ਇਹ ਕਿਹਨੂੰ ਲਾਉਣੇ ਆ? ਜਿਹੜੇ ਗੁਰੂਆਂ ਦੇ ਸਰੀਰ ਹੈ ਨਹੀਂ ਉਹਨਾਂ ਨੂੰ ਲਾਉਣੇ ਆ। ਫਿਰ ਉਹ ਕਿਵੇਂ ਲਾਉਣਗੇ? ਅੱਛਾ, ਗੁਰੂ ਗ੍ਰੰਥ ਸਾਹਿਬ ਨੂੰ ਲਾਉਣੇ ਆ ਜਿਹਦੇ ਅਵੈਵ ਹੈ ਨਹੀਂ। ਫਿਰ ਇਹ ਜਿਹੜਾ ਲਵਾਉਣੇ ਰਹੋ ਰੀਤ ਕਿਹਨੂੰ ਲਾਉਣੇ ਆ? ਤਾਂ ਜਿਹੜੇ ਸੂਝਵਾਨ ਆ ਪੁਰਸ਼ ਉਹ ਤੁਹਾਨੂੰ ਇਹ ਆਖਣਗੇ ਇਹ ਸਾਰਿਆਂ ਤੋਂ ਉੱਚੀ ਸਤਾ ਪਰਮਾਤਮਾ ਹੈ, ਇਹ ਅਸੀਂ ਪਰਮਾਤਮਾ ਨੂੰ ਭੋਗ ਲਵਾਉਣੇ ਆ। ਤਾਂ ਜਿਸ ਪਰਮਾਤਮਾ ਨੂੰ ਹੀ ਲਵਾਉਣੇ ਆ ਤਾਂ ਹਰ ਦੇਹ ਦੇ ਅੰਦਰ ਇਹ ਭੋਗ ਪਰਮਾਤਮਾ ਹੀ ਲਾਉਂਦਾ। ਤੇ ਫਿਰ ਧਰ ਦਿਓ ਹੱਥ ਤੇ ਜਿਹੜਾ ਤੁਹਾਡੇ ਮੂਹਰੇ ਆਉਂਦਾ, ਇਹ ਪਰਮਾਤਮਾ ਨਹੀਂਗਾ। ਤਾਂ ਇਸ ਵਾਸਤੇ ਲੋਕਾਂ ਦੀਆਂ ਸ਼ੰਕਾਂ ਦੂਰ ਕਰੋ, ਲੋਕਾਂ ਦੇ ਭਰਮ ਭੁਲੇਖੇ ਦੂਰ ਕਰੋ। ਇਹ ਜਿੰਨਾ ਚਿਰ ਭਰਮ ਭੁਲੇਖੇ ਦੂਰ ਕਰਨ ਵਾਸਤੇ ਸਾਨੂੰ ਗੁਰਬਾਣੀ ਮਿਲੀ ਸੀ, ਸਾਨੂੰ ਗੁਰਦੁਆਰੇ ਮਿਲੇ ਸੀ, ਸਾਨੂੰ ਇਹ ਸਥਾਨਾਂ ਦੀ ਉਪਲਬਧੀ ਸੀ, ਤੇ ਜੇ ਭਰਮ ਭੁਲੇਖੇ ਪਾਉਣੇ ਆ, ਅੱਜ ਦਾ ਐਸਾ ਮਾਹੌਲ ਹੋ ਗਿਆ ਕਿ ਸਿੱਖ ਨੂੰ ਇਹ ਗੱਲ ਕਹੀ ਸੀ ਕਿ ਖਾਲਸਾ ਠੀਕ ਹੈ, ਉਹ ਖਾਲਸਾ ਹੋ ਗਿਆ ਤਾਂ ਮੈਂ ਨਿਤ ਮੁਕਤ ਹਾਂ। ਕਿ ਕੀ ਚਾਹੁੰਨਾ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਕਿੱਡਾ ਸਿਧਾਂਤ ਵੀ ਮੇਰੇ ਤੇ ਖਾਲਸੇ ਦੇ ਕੋਈ ਮੱਲੋ ਮੱਲੀ ਸਿਰ ਮੜ ਦੇਣਾ ਵੀ ਆ ਰਾਜ ਤੇਰਾ ਹੈ ਪੰਜਾਬ ਦਾ ਜਾਂ ਹਰਿਆਣੇ ਦਾ,
ਉਹ ਆਖੂਗਾ ਮੈਂ ਨਹੀਂ ਚਾਹੁੰਦਾ। ਇਹੀ ਤਾਂ ਖਾਲਸੇ ਦੇ ਲੱਛਣ ਹੈ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮੈਂ ਫਿਰ ਇੱਕ ਹੀ ਚਾਹੁੰਦਾ ਕਿ ਇਹ ਪ੍ਰਭੂ ਦੇ ਗਿਆਨ ਨਾਲ ਮੇਰੀ ਪ੍ਰੀਤੀ ਬਣੀ ਰਵੇ। ਤੇ ਅੱਜ ਜਿਹੜਾ ਮਾੜੀ ਜੀ ਦਾੜੀ ਰੱਖ ਲੈ ਤੇ ਸਾਰਿਆਂ ਦੀ ਇਹ ਚਾਹ ਹੈ ਕਿ ਮੈਨੂੰ ਫਲਾਨਾ ਕੁਛ ਬਣਾ ਦਿਓ, ਮੈਨੂੰ ਢਮਾਣਾ ਕੁਛ ਬਣਾ ਦਿਓ। ਓਏ ਭਲਿਓ ਬਾਣੀ ਦਾ ਆਦਰ ਕਰੋ। ਬਾਣੀ ਉਹਨਾਂ ਤਿਆਗੀਆਂ ਵਰਾਗੀਆਂ ਪੁਰਸ਼ਾਂ ਦੀ ਹੈ ਜਿਹੜੇ ਕਿਸੇ ਚੀਜ਼ ਦੀ ਚਾਹ ਨਹੀਂ ਸੀ ਰੱਖਦੇ। ਅਕਬਰ ਵਰਗਿਆਂ ਨੇ ਇਹ ਕਹਿਣਾ ਚਾਹਿਆ ਕਿ ਮੈਂ ਕੁਛ ਵਿੱਘੇ ਜ਼ਮੀਨ ਦੇਣਾ ਚਾਹੁੰਦਾ, ਤਾਂ ਗੁਰੂਆਂ ਨੇ ਆਖਤਾ ਜੀ ਨਹੀਂ, ਸਾਡੇ ਲੰਗਰ ਹੈ ਜਿਹੜੇ ਇਹ ਸੰਗਤਾਂ ਦੀ ਕਮਾਈ ਚੋਂ ਚੱਲਦੇ ਆ ਤੇ ਸੰਗਤ ਹੀ ਕਮਾਈ ਖਾਂਦੀ ਹੈ, ਲੰਗਰ ਛਕਦੀ ਆ ਕੇ। ਅਸੀਂ ਇਹਦੀ ਦਾਨ ਦਛਣਾ ਦੇ ਅਸੀਂ ਨਾਲ ਲੰਗਰ ਨਹੀਂ ਚੱਲਦੇ। ਕਿੱਡਾ ਹੌਸਲਾ, ਕਿੱਡੀ ਤਿਆਗਤਾ। ਤੇ ਅੱਜ ਮਾੜੀ ਜੀ ਸੁਸਾਇਟੀ ਬਣਾ ਲੈਂਦਾ। ਤੇ ਮੈਨੂੰ ਵੀ ਕਹੀਆ ਦੇ ਯਾਰ ਤੁਸੀਂ ਵਿਦਾਂਤ ਦੇ ਵਿਚਾਰ ਕਰਦਿਆਂ ਨੂੰ 60 ਵਰੇ ਹੋ ਗਏ ਐ ਤੇ ਤੁਹਾਡੇ ਕੋਲੇ ਕੋਈ ਥਾਂ ਨਹੀਂ ਬਹਿਣ ਨੂੰ। ਉਹ ਭਰਾਵਾ ਕੋਈ ਨਾ ਕੋਈ ਆਖਦਾ ਇੱਥੇ ਬਹਿ ਜਾ। ਜੇ ਅਸੀਂ ਤੁਹਾਨੂੰ ਗਣਾਈਏ ਤਾਂ 60 ਵਰੇ ਹੋ ਗਏ ਤੇ ਅਸੀਂ ਕੋਈ 50 ਥਾਂ ਬਦਲ ਚੁੱਕੇ ਆ। ਕਦੇ ਕਿਤੇ ਬਹਿ ਕੇ ਵਿਚਾਰ ਕਰ ਲੈਨੇ, ਕਦੇ ਕਿਤੇ ਬਹਿ ਕੇ ਕਰ ਲੈਨੇ। ਤੇ ਅਸੀਂ ਕੋਈ ਨਾ ਤਾਂ ਕਿਸੇ ਤੋਂ ਥਾਂ ਚਾਹੁੰਦੇ ਆ ਤੇ ਨਾ ਅਸੀਂ ਕੋਈ ਚੌਧਰੀ ਚਾਹੁੰਦੇ ਆ ਕਿਸੇ ਸੰਸਦਾ ਬਣਨੇ। ਅਸੀਂ ਨਿਤ ਮੁਕਤ ਹਾਂ, ਸਦਾ ਮੁਕਤ ਹੈ। ਸਾਡੇ ਸਾਥੀ ਹੈ ਜਿੰਨੇ ਨੌਜਵਾਨ ਮੁੰਡੇ ਹੈ, ਕਿਸੇ ਦੀ ਬਹੂ ਬੇਟੀ ਨੂੰ ਬੁਰੀ ਨਜ਼ਰ ਨਹੀਂ ਤੱਕਦੇ, ਧੀ ਭੈਣ ਦੀ ਇੱਜ਼ਤ ਕਰਦੇ ਆ, ਸੰਸਾਰ ਸਮਾਜ ਦੀ ਇੱਜ਼ਤ ਕਰਦੇ ਆ। ਇਦੋਂ ਵੱਡਾ ਸਾਡੇ ਕੋਲੇ ਗਿਆਨ ਕਿਹੜਾ ਜਿਹਦੇ ਚ ਸੰਤੋਖ ਹੈ ਔਰ ਇੱਜ਼ਤ ਦੇ ਸਾਂਝੀ ਆ। ਇੱਜ਼ਤ ਦੇ ਸਾਂਝੀ ਬਣੋ। ਇਹ ਖਾਲਸਾ ਪੰਥ ਦੇ ਵਿੱਚ ਸਾਰੀਆਂ ਝੁਕਦੀਆਂ ਸੀ ਤੇ ਇਹ ਬਰਕਰਾਰ ਹੋਣੀਆਂ ਚਾਹੀਦੀਆਂ। ਹੈ ਅਜੇ ਵੀ ਖਾਲਸਾ ਪੰਥ ਚ ਹੈ, ਪਰ ਜਿਆਦੇ ਜਿਹੜੇ ਨਕਲੀ ਬਣ ਗਏ ਆ ਉਹ ਵਿਗਾੜੀ ਜਾ ਰਹੇ ਆ। ਸੋ ਇਹ ਗੱਲਾਂ ਨਹੀਂ ਚਾਹੀਦੀਆਂ। ਗੁਰਬਾਣੀ ਦਾ ਆਦਰ ਕਰੋ, ਗੁਰੂ ਗ੍ਰੰਥ ਸਾਹਿਬ ਦਾ ਆਦਰ ਕਰੋ ਔਰ ਗੁਰੂ ਗਿਆਨੀ ਪੁਰਸ਼ ਦਾ ਆਦਰ ਕਰੋ। ਗਿਆਨੀ ਪੁਰਸ਼ ਦਾ ਆਦਰ ਨਹੀਂ ਕਰਦੇ, ਨਰਾਦਰ ਹੋ ਰਿਹਾ। ਗੁਰੂ ਗੋਬਿੰਦ ਸਿੰਘ ਨੇ ਕੀ ਕਿਹਾ ਸੀ? ਗੁਰੂ ਗੋਬਿੰਦ ਸਿੰਘ ਤੋਂ ਮੈਂ ਆ ਬਾਤ ਕਹਿ ਕੇ ਸਮਾਪਤੀ ਕਰਨ ਲੱਗਾ। ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਸੀ ਵੀ ਹੇ ਗੁਰੂ ਜੀ, ਭਲਾ ਹੁਣ ਕਿਹੜਾ ਯੁੱਗ ਚੱਲਦਾ? ਕਲਯੁੱਗ ਹੈ। ਗੁਰੂਆਂ ਨੇ ਕਲਯੁੱਗ ਦੀ ਬਾਤ ਬਤਾਈ ਤਾਂ ਸਿੱਖਾਂ ਨੇ ਪ੍ਰਾਰਥਨਾ ਕੀਤੀ। ਗੁਰੂ ਗੋਬਿੰਦ ਸਿੰਘ ਨੇ ਕਲਯੁੱਗ ਦੀ ਬਤਾਈ ਆਰਜਾ ਤਾਂ ਕੀ ਕਿਹਾ? ਤੇ ਸੁਣ ਸਿੰਘਾਂ ਦੀ ਅਰਦਾਸ। ਸਿੰਘਾਂ ਨੇ ਅਰਦਾਸ ਕੀਤੀ। ਤੇ ਸੁਣ ਸਿੰਘਾਂ ਦੀ ਅਰਦਾਸ, ਸਿਰ ਕਰਨਗੇ ਧਰ ਕਿਓ ਪ੍ਰਕਾਸ਼। 4,32,000 ਕਲੂ ਆਰਜਾ ਕਰੀ ਪੁਕਾਰਾ। ਤਾਂ ਤਿਨ ਮੇ ਸੰਤ ਹੋਏ ਬ੍ਰਹਮ ਗਿਆਨੀ, ਸਗਰੇ ਦੋਖ ਕਰਨਗੇ ਹਾਨੀ। ਇਹ ਖੁਦ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਕਲਯੁੱਗ ਦੇ ਵਿੱਚ ਬ੍ਰਹਮ ਗਿਆਨੀ ਸੰਤ ਹੋਣਗੇ, ਇਹ ਸਾਰੇ ਦੁੱਖਾਂ ਦਾ ਹਾਨ ਕਰਨਗੇ। ਇਹ ਨਹੀਂ ਕਿਹਾ ਕਿ ਵੀ ਸਿੱਖ ਕਰਨਗੇ, ਇਹ ਕਿਹਾ ਸੰਤ ਕਰਨਗੇ। ਤੇ ਅੱਜ ਜਿੰਨਾ ਸੰਤ ਦਾ ਨਰਾਦਰ ਹੈ ਤੇ ਉਨੀ ਦੁਨੀਆ ਕਸ਼ਟ ਪਾ ਰਹੀ ਹੈ। ਇਸ ਲਈ ਸੰਤ ਦਾ, ਗੁਰਬਾਣੀ ਦਾ, ਇਹ ਗੁਰੂਆਂ ਸਥਾਨਾਂ ਦਾ ਤੇ ਜਿੰਨੇ ਸੰਤਾਂ ਨੇ ਗੁਰਬਾਣੀ ਲਿਖੀ ਹੈ ਉਹਨਾਂ ਸੰਤਾਂ ਨੂੰ ਸਾਰਿਆਂ ਨੂੰ ਕੋਟ ਕੋਟ ਪ੍ਰਣਾਮ ਹੈ, ਕੋਟ ਕੋਟ ਨਮਸਕਾਰ ਹੈ।
ਅੱਜ ਦਾ ਵਿਚਾਰ ਇੱਥੇ ਸਮਾਪਤ ਕਰਦੇ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ।